गुड इवनिंग स्टूडेंट्स। गुड इवनिंग टू ऑल। ਅੱਜ ਅਸੀਂ ਨਵਾਂ ਟੌਪਿਕ ਕਰਨਾ ਹੈ ਔਰ ਸਾਡੇ ਟੌਪਿਕ ਦਾ ਨਾਮ ਹੈ ਪਾਰਟਨਰਸ਼ਿਪ ਡੀਡ। ਸਭ ਤੋਂ ਪਹਿਲੇ ਪਾਰਟਨਰਸ਼ਿਪ ਡੀਡ ਕੀ ਹੁੰਦੀ ਹੈ ਅਸੀਂ ਇਸ ਬਾਰੇ ਪੜਾਂਗੇ। ਪਾਰਟਨਰਸ਼ਿਪ ਡੀਡ ਜਿਸ ਨੂੰ ਅਸੀਂ ਕਹਿੰਦੇ ਹਾਂ ਸਾਂਝੇਦਾਰੀ ਦਸਤਾਵੇਜ਼। ਜਿਨ੍ਹਾਂ ਨੇ ਪੰਜਾਬੀ ਮੀਡੀਅਮ ਰੱਖਿਆ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ, ਤੁਸੀਂ ਥੋੜ੍ਹਾ ਇੰਗਲਿਸ਼ ਵੱਲ ਵੀ ਧਿਆਨ ਦਿਆ ਕਰੋ, ਐਵੇਂ ਦਿਲ ਛੱਡ ਜਾਂਦੇ ਹੋ। ਅਕਾਊਂਟੈਂਸੀ ਇੰਗਲਿਸ਼ ਦੇ ਵਿੱਚ ਜ਼ਿਆਦਾ ਵਧੀਆ ਤਰੀਕੇ ਨਾਲ ਸਮਝ ਆਉਂਦੀ ਹੈ। ਪਾਰਟਨਰਸ਼ਿਪ ਡੀਡ ਕੀ ਹੁੰਦਾ ਹੈ, ਇਸ ਤੋਂ ਪਹਿਲਾਂ ਸਟੂਡੈਂਟਸ ਨਾ ਇੱਕ ਡਾਊਟਸ ਲੈ ਰਹੇ ਨੇ, ਮੈਨੂੰ ਵਾਰ-ਵਾਰ ਮੈਸੇਜ ਆ ਰਹੇ ਨੇ ਕਿ ਇਹ ਸਾਡਾ ਡਾਊਟਸ ਲਿਆ ਜਾਏ, ਸਾਨੂੰ ਪ੍ਰੋਬਲਮ ਦੱਸੀ ਜਾਏ। ਤਾਂ ਮਾਈ ਡੀਅਰ ਸਟੂਡੈਂਟਸ, ਉਸ ਦਿਨ ਆਪਾਂ ਪ੍ਰੈਕਟਿਸ ਸ਼ੀਟ ਕੀਤੀ ਸੀ ਇੱਕ, ਤਾਂ ਉਹਦੇ ਵਿੱਚ ਸਾਡੇ ਕੋਲ ਇੱਕ ਕੁਐਸਚਨ ਸੀਗਾ, ਜੇ ਤੁਹਾਨੂੰ ਥੋੜ੍ਹਾ ਜਿਹਾ ਯਾਦ ਹੈ ਕਿ ਪਾਰਟਨਰਸ਼ਿਪ ਫਰਮ ਹੈਜ਼ 50 ਮੈਂਬਰਸ, ਤਾਂ ਸਾਂਝੇਦਾਰੀ ਵਿੱਚ ਕਿੰਨੇ ਮੈਂਬਰ ਨੇ। ਮੈਂ ਪੰਜਾਬੀ ਵਿੱਚ ਹੀ ਲਿਖਣ ਦੀ ਕੋਸ਼ਿਸ਼ ਕਰਦਾ ਹਾਂ ਜੀ, ਸਾਰਿਆਂ ਨੂੰ ਸਮਝ ਆਏਗੀ। ਸਾਂਝੇਦਾਰੀ ਵਿੱਚ ਆਲਰੇਡੀ 50 ਮੈਂਬਰ ਹਨ, ਠੀਕ ਹੈ ਜੀ। ਤਾਂ ਉਹਦਾ ਇੰਗਲਿਸ਼ ਵਰਜ਼ਨ ਸੀਗਾ ਕਿ a partnership firm has 50 members, all the partners have agreed to admit X and Y as a new partner। 50 ਮੈਂਬਰ ਤਾਂ ਪਹਿਲਾਂ ਹੀ ਨੇ, ਸਾਰੇ ਕਹਿੰਦੇ ਨੇ X and Y ਨੂੰ ਵੀ ਐਜ਼ ਏ ਪਾਰਟਨਰ ਲੈ ਲਿਆ ਜਾਏ, ਠੀਕ ਹੈ ਜੀ, ਐਜ਼ ਏ ਪਾਰਟਨਰ ਲੈ ਲਿਆ ਜਾਏ। Can X and Y be admitted? Give reasons in support of your answer। ਕਹਿੰਦਾ ਹੈ ਕਿ can X and Y admitted। ਹੁਣ ਸਟੂਡੈਂਟਸ ਧਿਆਨ ਦੇਣ ਵਾਲੀ ਗੱਲ ਹੈ, ਬੜਾ ਹੀ ਵਧੀਆ ਕੁਐਸਚਨ ਹੈ 1 ਨੰਬਰ ਦਾ, ਕਿ ਸਾਡੇ ਕੋਲ ਪਹਿਲਾਂ 50 ਮੈਂਬਰ ਹਨ। ਅਸੀਂ ਕਰ ਚੁੱਕੇ ਹਾਂ ਕਿ ਪਾਰਟਨਰਸ਼ਿਪ ਦੇ ਲਈ ਮਿਨੀਮਮ 2 ਮੈਂਬਰ ਦੀ ਜ਼ਰੂਰਤ ਹੈ ਔਰ ਮੈਕਸਿਮਮ ਮੈਂਬਰ ਕਿੰਨੇ ਨੇ, 50। ਤਾਂ ਮਾਈ ਡੀਅਰ ਸਟੂਡੈਂਟ, ਸਾਡੇ ਕੋਲ ਆਲਰੇਡੀ 50 ਮੈਂਬਰਸ ਅਵੇਲੇਬਲ ਹਨ, ਲੇਕਿਨ 50 ਦੇ 50 ਮੈਂਬਰ ਇਹ ਕਹਿੰਦੇ ਹਨ ਕਿ ਐਕਸ ਤੇ ਵਾਈ ਬੜੇ ਚੰਗੇ ਬੰਦੇ ਹਨ ਔਰ ਇਹ ਸਾਡੇ ਬਿਜ਼ਨਸ ਨੂੰ ਬੜਾ ਵਧੀਆ ਚਲਾਉਣਗੇ, ਅਤੇ ਆਪਾਂ ਇੱਦਾਂ ਕਰੀਏ ਕਿ ਇਹਨਾਂ ਨੂੰ ਐਜ਼ ਏ ਮੈਂਬਰ ਲੈ ਲਈਏ। ਕਿਹਨੂੰ ਐਕਸ ਤੇ ਵਾਈ ਨੂੰ। ਕਹਿੰਦਾ ਦੱਸੋ ਕਿ ਐਕਸ ਤੇ ਵਾਈ ਨੂੰ ਮੈਂਬਰ ਲਿਆ ਜਾ ਸਕਦਾ ਹੈ ਜਾਂ ਨਹੀਂ। ਤਾਂ ਸਟੂਡੈਂਟਸ ਇੱਥੇ ਆਨਸਰ ਹੋਏਗਾ ਨੋ। ਹੁਣ ਤੁਸੀਂ ਕਹੋਗੇ ਨੋ ਕਿਉਂ ਹੋਇਆ? ਬੇਟਾ ਜੀ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੋ ਕਿ ਪਾਰਟਨਰਸ਼ਿਪ ਵਿੱਚ ਮਿਨੀਮਮ ਮੈਂਬਰ ਹੁੰਦੇ ਨੇ 2 ਅਤੇ ਮੈਕਸਿਮਮ ਹੁੰਦੇ ਨੇ 50। ਸਾਡੇ ਕੋਲ ਆਲਰੇਡੀ ਹੀ 50 ਮੈਂਬਰ ਹੈਗੇ ਹਨ। ਹੁਣ ਚਾਹੇ ਸਾਰੇ ਮੈਂਬਰ ਚਾਹਣ, ਪਹਿਲੀ ਗੱਲ ਤਾਂ ਇਹ ਹੈ, ਵੱਡੀ ਸ਼ਰਤ ਤਾਂ ਇਹ ਹੈ ਕਿ ਜਦੋਂ ਤੱਕ ਸਾਰੇ ਮੈਂਬਰ ਨਹੀਂ ਚਾਹੁੰਦੇ ਉਦੋਂ ਤੱਕ ਨਵਾਂ ਪਾਰਟਨਰ ਪਾਰਟਨਰਸ਼ਿਪ ਦੇ ਵਿੱਚ ਆ ਨਹੀਂ ਸਕਦਾ। ਬਟ ਇੱਥੇ ਮਿਸਟਰ ਮਨਜੋਤ ਸਿੰਘ ਆਨਸਰ ਦੇ ਰਿਹਾ ਨੋ, ਵੈਰੀ ਗੁੱਡ। ਕਿਉਂਕਿ ਸਾਡੇ ਕੋਲ ਪਹਿਲਾਂ ਹੀ 50 ਮੈਂਬਰ ਹਨ, ਇਸ ਵਾਸਤੇ ਅਸੀਂ ਨਵੇਂ ਮੈਂਬਰ ਨੂੰ ਐਡਮਿਸ਼ਨ ਨਹੀਂ ਦੇ ਸਕਦੇ, ਕਿਉਂਕਿ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਪਾਰਟਨਰਸ਼ਿਪ ਵਿੱਚ ਮੈਕਸਿਮਮ 50 ਮੈਂਬਰ ਹੁੰਦੇ ਹਨ। ਹਾਂ, ਜੇ ਇੱਥੇ ਸਾਡੇ ਕੋਲ 49 ਮੈਂਬਰ ਹੁੰਦੇ, ਅਸੀਂ ਐਕਸ ਜਾਂ ਵਾਈ ਦੋਨਾਂ ਦੇ ਵਿੱਚੋਂ ਕਿਸੇ ਇੱਕ ਜਣੇ ਨੂੰ ਐਡਮਿਸ਼ਨ ਦੇ ਦੇਣੀ ਸੀ। ਹੁਣ ਇਹ ਬੜਾ ਹੀ ਵਧੀਆ ਕੁਐਸਚਨ ਹੈ, ਤੁਹਾਨੂੰ ਹਰੇਕ ਬੁੱਕ ਵਿੱਚ ਇਹ ਗੱਲ ਨਹੀਂ ਮਿਲੇਗੀ। ਗੱਲ ਯਾਦ ਰੱਖਣਾ, ਸਾਡੇ ਕੋਲ ਜੇ ਆਲਰੇਡੀ 50 ਮੈਂਬਰ ਨੇ ਤਾਂ ਅਸੀਂ ਇਸ ਤੋਂ ਜ਼ਿਆਦਾ ਮੈਂਬਰ ਨੂੰ ਐਡਮਿਸ਼ਨ ਨਹੀਂ ਦੇ ਸਕਦੇ। ਕਾਰਨ ਸਾਡੀਆਂ ਸੀਮਾਵਾਂ ਨੇ ਕਿ ਪਾਰਟਨਰਸ਼ਿਪ ਐਕਟ 1932 ਇਹ ਕਹਿੰਦਾ ਹੈ ਮਾਈ ਡੀਅਰ ਸਟੂਡੈਂਟਸ ਕਿ 50 ਤੋਂ ਉੱਪਰ ਮੈਂਬਰ ਨੂੰ ਐਡਮਿਸ਼ਨ ਨਹੀਂ ਦਿੱਤੀ ਜਾ ਸਕਦੀ ਜੀ। ਇੱਕ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਜਿਹੜਾ ਕਿ ਤੁਹਾਨੂੰ ਕਦੀ ਵੀ ਕਿਸੇ ਬੁੱਕ ਵਿੱਚ ਨਹੀਂ ਮਿਲੇਗਾ, ਸਿਰਫ ਔਰ ਸਿਰਫ ਤੁਹਾਨੂੰ ਕਮਰਸ ਵਿਜ਼ਨ ਚੈਨਲ 'ਤੇ ਇਹ ਵਾਲੀ ਟੈਕਨੀਕਲ ਗੱਲਾਂ ਮਿਲਣਗੀਆਂ। ਕੁਝ ਕੁ ਸਟੂਡੈਂਟਸ ਮੇਰੇ ਤੋਂ ਡਿਮਾਂਡ ਕਰ ਰਹੇ ਨੇ ਕਿ ਬਿਜ਼ਨਸ ਸਟੱਡੀ ਬਾਰੇ ਵੀ ਕੁਝ ਥੋੜ੍ਹਾ ਬਹੁਤਾ ਕਰਾਇਆ ਕਰੋ, ਅਤੇ ਬੇਟਾ ਜੀ ਟਿਊਜ਼ਡੇ ਤੋਂ ਮੰਗਲਵਾਰ ਤੋਂ ਥੋੜ੍ਹੀ ਦੇਰ ਲਈ ਬਿਜ਼ਨਸ ਸਟੱਡੀ ਦਾ ਟੌਪਿਕ ਵੀ ਕਰਾਇਆ ਜਾਏਗਾ। ਬੀ ਰੈਡੀ ਫਾਰ ਬਿਜ਼ਨਸ ਸਟੱਡੀ। I am with you always।
बट जी मैं अगली गल दसन जा रहा, आप पहला कर चुके हाँ कि जेकर किसी साझेदार ने जेकर किसी साझेदार ने जेकर किसी साझेदार ने फर्म नूं कर्ज दिता है तो साडे कोल पार्टनरशिप डीड रिटन नहीं हैगी ਜਾਂ एग्रीड नहीं हैगा, यानी कि डिसाइड नहीं होया, तो इन केस विच वो किन्ने परसेंट ब्याज लैन दा हकदार है? 6% पर एनम। गल ध्यान नाल सुनी जाओ, बड़ी टैक्नीकल गल है, ये किसी बुक विच तुहानूं नहीं मिलण वाली। ये है कि जेकर किसी साझेदार ने फर्म नूं कर्ज दिता है तो वो 6% ब्याज लैन दा हकदार है। मैं इस गल नूं अगे एलैबोरेट कर रहा, समझण दी कोशिश करो। जेकर किसी साझेदार ने फर्म तो कर्ज लिया है, वेरी वेरी इंपोर्टेंट, ये तुहानूं हरेक बंदा नहीं दसेगा, ये गल हरेक बुक नहीं बोलेगी। जेकर किसी साझेदार ने फर्म तो कर्ज लिया है तो कोई एग्रीड वैल्यू नहीं, यानी कि पार्टनरशिप डीड नहीं, उन्होंने कुछ नहीं लिखा आया, तो फिर वो कोई भी रेट ऑफ इंटरस्ट नाल नो रेट ऑफ इंटरस्ट ब्याज नहीं देगा, नो रेट ऑफ इंटरस्ट। बेटा जी ध्यान रखना, उस ते कोई ब्याज नहीं लगेगा जी, नो इंटरस्ट, कोई ब्याज नहीं लगेगा। ये बड़ी ही टेक्निकल गल है। इफ लोन इज गिवन बाय द पार्टनर टू द फर्म, he or she is liable for the interest 6% per annum, but I am saying वाइस वर्सा कि जेकर साझेदार ने फर्म तो कर्ज लिया है, जो मैं दूजी गल एवें कह देवां कि किसी फर्म ने आपदे साझेदार नूं व्याज ते कुछ पैसे दिते हैं, कर्ज दिता है, तो कोई डिस्प्यूट हो जे, एग्रीड वैल्यू ना होए, तो किसी प्रकार का वो इंटरस्ट नहीं लै सकते। पर जिहड़ी सीधी गल है, जे किसी साझेदार ने दिता है तो माय डियर स्टूडेंट्स वो 6% लैन का हकदार है। ये बड़ी ही टैक्नीकल गल है, आप जी ने इसनूं याद रखना है। तुहाडे जिन्ने भी फ्रेंड्स अजे ऑनलाइन क्लास लई नहीं पहुंचे हैं, उन्होंने जल्दी जल्दी फोन कर दिओ, नवा टॉपिक शुरू होने नूं जा रहा है। हुण तक्कन जिहड़ी मैं गल दसी है, जो कि काम की गल है कि जेकर साडे कोल पहला 50 मैंबर हैं तो 50 के 50 मैंबर चाहते हैं कि असी 2 मैंबर होर ऐड करिए एक्स ते वाई, तो जी वो ऐड नहीं हो सकते, कारण साडे कोल लिमिटेशन है कि पार्टनरशिप विच 50 तो उपर मैंबर नूं एडमिशन नहीं दिता जा सकता जी। ये असी अकाउंटेंसी पढ़ रहे हैं, तुहानूं ना एक भुलेखा पै रहा है क्योंकि तुसी +1 विच ये चीज़ां बिजनस स्टडी विच कीतियां ने। ये पहला चैप्टर है जी, असी अकाउंटेंसी पढ़ रहे हैं +2 दी। ध्यान दिओ, कई बच्चे पुछदे ने किहड़ा सबजैक्ट है, बहुतियां नूं ये नहीं पता लग रहा किहड़ा सबजैक्ट है। असी अकाउंटेंसी कर रहे हैं, अकाउंटेंसी की थ्योरी कर रहे हैं जी। बेटा जी थ्योरी जिवें ही करांगे तिवें ही सानू नूमैरिकल आसानी नाल समझ आने शुरू हो जाएंगे। एक बच्चे ने लिखा है कि आई एम गर्ल स्कूल फ्राम नंगल, वेरी गुड बेटा, नंगल तो जोड़ा बच्चा ऐड होया है, वेरी गुड। तो बेटा जी मैं उम्मीद करता हाँ कि तुसी बड़े ध्यान नाल सारा कुछ समझ रहे होगे। लेकिन आपां अज जिहड़ा मेन टॉपिक शुरू करन जा रहे हैं उसका नाम है पार्टनरशिप डीड। बड़ा ही आसान है माय डियर स्टूडेंट्स, पार्टनरशिप डीड नूं तुसीं ध्यान नाल समझना है। इसका नाम है साझेदारी दस्तावेज। की है जी? साझेदारी दस्तावेज। बेटा जी असल विच ये है कि पार्टनरशिप डीड, पार्टनरशिप जदों भी चलानी है तो बेटा जी ध्यान रखना है पार्टनरशिप विच मैंबरस मिनिमम 2 होने चाहिए हैं और मैक्सिमम 50 होने चाहिए हैं। इस तो ज़्यादा
ਮੈਂਬਰਸ ਨਹੀਂ ਹੋ ਸਕਦੇ। ਮਲਟੀਪਰਪਜ਼ ਲੁਧਿਆਣਾ ਤੋਂ ਬੱਚੇ ਨੇ ਮੈਸੇਜ ਲਗਾਇਆ ਹੈ। ਜਿੰਨੇ ਵੀ ਬੱਚੇ ਹੁਣੇ ਜੁੜੇ ਹਨ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ, ਵੈਰੀ ਗੁੱਡ ਸਵੀਟ ਈਵਨਿੰਗ। ਜਿਹੜੇ ਤੁਹਾਡੇ ਫਰੈਂਡਸ ਅਜੇ ਤੱਕ ਨਹੀਂ ਜੁੜੇ, ਬਹੁਤ ਥੋੜੇ ਸਟੂਡੈਂਟਸ ਨੇ ਕਲਾਸ ਲਗਾਈ ਹੈ। ਦੇਰ ਆਰ ਸੋ ਮੈਨੀ ਸਟੂਡੈਂਟਸ ਇਨ ਗਰੁੱਪਸ, ਦੇਰ ਆਰ ਨੀਅਰ ਅਬਾਊਟ 17 ਗਰੁੱਪਸ। ਤੁਹਾਡੇ 17 ਗਰੁੱਪ ਬਣਾਏ ਨੇ ਮੈਂ। ਜੇ ਤੁਹਾਡੇ ਵਿੱਚੋਂ ਕੋਈ ਕਿਸੇ ਡਬਲ ਗਰੁੱਪ ਦੇ ਵਿੱਚ ਐਡ ਹੈ ਤਾਂ ਕਾਈਂਡਲੀ ਤੁਸੀਂ ਉਸ ਗਰੁੱਪ ਨੂੰ ਕਿਟ ਕਰ ਦਿਓ ਤਾਂ ਕਿ ਹੋਰ ਸਟੂਡੈਂਟਸ ਨੂੰ ਵੀ ਐਡ ਹੋਣ ਦਾ ਮੌਕਾ ਮਿਲੇ। ਤਾਂ ਤੁਸੀਂ 17 ਗਰੁੱਪ ਦੇ ਇੰਨੇ ਸਾਰੇ ਸਟੂਡੈਂਟਸ ਹੋ, ਬਟ ਤੁਸੀਂ ਬਹੁਤ ਥੋੜੀ ਗਿਣਤੀ ਵਿੱਚ ਅਜੇ ਜੁੜੇ ਹੋ। ਆਪਦੇ ਫਰੈਂਡਸ ਨੂੰ ਜਲਦੀ ਦੱਸ ਦਿਓ। ਅੱਜ ਬਹੁਤ ਹੀ ਇੰਪੋਰਟੈਂਟ ਕਲਾਸ ਹੈ। ਇਹ 4 ਨੰਬਰ ਦਾ ਕੁਐਸਚਨ ਹੈ। ਇਸ ਦੇ ਵਿੱਚੋਂ ਅੱਜ ਜਿਹੜੀ ਥਿਊਰੀ ਕਰ ਰਹੇ ਹਾਂ ਅਕਸਰ ਹੀ ਇਹ 4 ਨੰਬਰ ਦਾ ਕੁਐਸਚਨ ਆ ਜਾਂਦਾ ਹੈ ਜੀ। ਤਾਂ ਜੀ ਪਾਰਟਨਰਸ਼ਿਪ ਚਲਾਉਣ ਦੇ ਲਈ ਸਾਡਾ ਜਿਹੜਾ ਐਗਰੀਮੈਂਟ ਹੈ ਇਹ ਔਰਲ ਵੀ ਹੋ ਸਕਦਾ ਹੈ ਤੇ ਰਿਟਨ ਵੀ ਹੋ ਸਕਦਾ ਹੈ। ਤਾਂ ਅਸੀਂ ਪਹਿਲਾਂ ਪਾਰਟਨਰਸ਼ਿਪ ਬਾਰੇ ਪੜ੍ਹਦੇ ਹਾਂ ਕਿ ਪਾਰਟਨਰਸ਼ਿਪ ਕੀ ਹੈ। ਮੈਂ ਇਸ ਨੂੰ ਇੱਕ ਲਾਈਨ ਵਿੱਚ ਲਿਖਣ ਦੀ ਕੋਸ਼ਿਸ਼ ਕਰਦਾ ਹਾਂ ਕਿ ਪਾਰਟਨਰਸ਼ਿਪ ਕੀ ਹੈ, ਤਾਂ ਤੁਸੀਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਨਾ ਹੈ ਕਿ ਪਾਰਟਨਰਸ਼ਿਪ ਡੀਡ ਹੈ ਕੀ। ਮੈਂ ਇਕੱਲਾ ਹੀ ਡੀਡ ਪਾ ਰਿਹਾ। ਡੀਡ ਮੀਨਸ ਪਾਰਟਨਰਸ਼ਿਪ ਡੀਡ ਹੋਏਗਾ। ਤੁਸੀਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਬੇਟਾ ਜੀ। ਪਾਰਟਨਰਸ਼ਿਪ ਡੀਡ, ਪਾਰਟਨਰਸ਼ਿਪ ਡੀਡ ਕੀ ਹੈ ਮੈਂ ਲਿਖਾਂਗਾ। ਇਹ ਰਿਟਨ ਡਾਕੂਮੈਂਟ। ਤੁਸੀਂ ਜੇ ਨੋਟਬੁੱਕ ਲੈ ਕੇ ਨਹੀਂ ਬੈਠੇ ਤਾਂ ਜਲਦੀ ਨੋਟਬੁੱਕ ਨਿਕਾਲ ਲਓ ਤਾਂ ਕਿ ਤੁਹਾਨੂੰ ਸਮਝਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਏ। ਇਹ ਰਿਟਨ ਡਾਕੂਮੈਂਟ ਵਿੱਚ, ਸ਼ਾਬਾਸ਼ ਨੋਟਬੁੱਕ ਨਿਕਾਲ ਲਓ ਬੇਟਾ ਜੀ ਜਲਦੀ ਨਾਲ, ਵਿਚ ਕੰਟੇਨਸ, ਸ਼ਾਬਾਸ਼ ਜਲਦੀ ਨਾਲ, ਵਿਚ ਕੰਟੇਨ ਦੀ ਟਰਮਸ, which contains the terms of agreement, terms of agreement is called partnership deed, is called partnership deed। यानी कि ਉਹ ਵਾਲਾ ਡਾਕੂਮੈਂਟ ਜਿੰਦੇ ਵਿੱਚ ਸਾਰੀਆਂ ਟਰਮਸ ਐਂਡ ਕੰਡੀਸ਼ਨ ਲਿਖੀਆਂ ਹੋਣ ਕਿ ਸਾਡਾ ਜਿਹੜਾ ਸਾਂਝੇਦਾਰੀ ਦਾ ਦਸਤਾਵੇਜ਼ ਹੈ। ਮੈਂ ਨਾਲ ਫਿਰ ਲਿਖ ਦੇਣਾ, ਇਹਨੂੰ ਪੰਜਾਬੀ ਵਿੱਚ ਕਹਿੰਦੇ ਆ ਜੀ ਸਾਂਝੇਦਾਰੀ ਦਸਤਾਵੇਜ਼। ਜਿਨ੍ਹਾਂ ਨੇ ਨੋਟਬੁੱਕ ਨਹੀਂ ਨਿਕਾਲੀਆਂ ਹਨ ਜਲਦੀ ਨਿਕਾਲ ਲਓ। ਟੌਪਿਕ ਨੂੰ ਆਪਾਂ ਰਿਵਾਈਜ਼ ਵੀ ਕਰਾਂਗੇ ਬੇਟਾ ਜੀ। ਜਿੰਦੇ ਵਿੱਚ ਸਾਰਾ ਲਿਖਤੀ ਲਿਖਿਆ ਹੋਏ ਕਿ ਸਾਡਾ ਕੀ ਬਿਜ਼ਨਸ ਹੈ, ਅਸੀਂ ਕਿੰਨੇ ਪਾਰਟਨਰ ਹੋਵਾਂਗੇ, ਅਸੀਂ ਕਿੰਨੀ ਕੈਪੀਟਲ ਲਗਾਵਾਂਗੇ, ਜਿੰਦੇ ਵਿੱਚ ਸਾਰਾ ਕੁਝ ਲਿਖਿਆ ਹੁੰਦਾ ਹੈ ਉਹਨੂੰ ਕਹਿੰਦੇ ਆ ਪਾਰਟਨਰਸ਼ਿਪ ਡੀਡ। ਇਹ ਇੱਕ ਲਿਖਤੀ ਸਮਝੌਤਾ ਹੁੰਦਾ ਹੈ। ਬੜਾ ਹੀ ਜ਼ਰੂਰੀ ਹੈ ਕਿ ਪਾਰਟਨਰਸ਼ਿਪ ਚਲਾਉਣ ਤੋਂ ਪਹਿਲਾਂ ਲਿਖਤੀ ਵਿੱਚ ਲਿਖ ਲਿਆ ਜਾਏ ਕਿੰਨੇ ਪਾਰਟਨਰ ਨੇ, ਉਹ ਕਿੰਨੀ ਕੈਪੀਟਲ ਲਗਾ ਰਹੇ ਹਨ, ਉਹਨਾਂ ਦੀ ਕਿੰਨੀ ਡਰਾਇੰਗਸ ਹੋਏਗੀ, ਡਰਾਇੰਗਸ ਮੰਥਲੀ ਹੋਏਗੀ ਕਿ 3 ਮੰਥ ਬਾਅਦ ਹੋਏਗੀ ਕਿ 6 ਮੰਥ ਬਾਅਦ ਹੋਏਗੀ ਕਿ ਈਅਰਲੀ ਹੋਏਗੀ, ਕੰਮ ਕਰਨ ਵਾਲੇ ਕਿਸ ਬੰਦੇ ਨੂੰ ਕਿੰਨਾ ਕਮਿਸ਼ਨ ਮਿਲੇਗਾ, ਕਿਸ ਨੂੰ ਕਿੰਨੀ ਸੈਲਰੀ ਮਿਲੇਗੀ, ਕਿਸ ਪਲੇਸ ਤੇ ਇਹ ਸਾਡਾ ਪਾਰਟਨਰਸ਼ਿਪ ਚੱਲੇਗੀ। ਆਲ ਆਰ ਇਨਕਲੂਡਿਡ ਇਨ ਪਾਰਟਨਰਸ਼ਿਪ ਡੀਡ। ਬੇਟਾ ਜੀ ਇਸ ਦਾ ਇੱਕ ਨਾਮ ਹੋਰ ਵੀ ਹੈ ਜੋ ਕਿ ਬੜਾ ਹੀ ਇੰਪੋਰਟੈਂਟ ਹੈ, 1 ਨੰਬਰ ਦਾ ਅਕਸਰ ਹੀ ਪੇਪਰ 'ਚ ਆਉਂਦਾ ਹੈ। ਇਟ ਇਜ਼ ਆਲਸੋ ਕਾਲਡ, ਇਸ ਦਾ ਇੱਕ ਨਾਮ ਹੋਰ ਵੀ ਹੈ ਜੀ, ਯਾਦ ਰੱਖਣਾ, ਲਿਖ ਲਓ। ਉਸ ਨੂੰ ਕੀ ਕਹਿੰਦੇ ਆ ਜੀ? ਆਰਟੀਕਲਸ ਆਫ ਪਾਰਟਨਰਸ਼ਿਪ। ਆਰਟੀਕਲ ਆਫ ਪਾਰਟਨਰਸ਼ਿਪ। Another name of partnership deed is articles of partnership। My dear students, ਤੁਸੀਂ ਵੱਖ-ਵੱਖ ਸਕੂਲਾਂ ਤੋਂ ਆਲ ਓਵਰ ਪੰਜਾਬ ਦੇ ਵਿੱਚ ਜੁੜੇ ਹੋ ਤੇ ਮੈਂ ਉਮੀਦ ਕਰਦਾ ਕਿ ਤੁਸੀਂ ਜੇ ਇੰਨਾ ਟਾਈਮ ਦੇ ਰਹੇ ਹੋ ਆਪਣਾ ਤਾਂ ਤੁਸੀਂ ਘੱਟੋ ਘੱਟ ਨੋਟਬੁੱਕ ਲੈ ਕੇ ਜ਼ਰੂਰ ਬੈਠੋ ਜੀ। ਹੁਣ ਪਾਰਟਨਰਸ਼ਿਪ ਡੀਡ ਦੇ ਵਿੱਚ ਹੇਠ ਲਿਖੇ ਪੁਆਇੰਟ ਸ਼ਾਮਲ ਕੀਤੇ ਜਾਂਦੇ ਹਨ। ਹੇਠ ਲਿਖੇ ਪੁਆਇੰਟਸ ਸ਼ਾਮਿਲ ਕੀਤੇ ਜਾਂਦੇ ਹਨ ਜੀ। ਡੀਡ ਵਿੱਚ ਕੀ ਹੁੰਦਾ ਹੈ? ਜਿਹੜੇ ਹੁਣੇ ਜੁੜੇ ਨੇ ਦੁਬਾਰਾ ਸੁਣੋ। ਜਦੋਂ ਪਾਰਟਨਰ ਰਲ ਕੇ ਪਾਰਟਨਰਸ਼ਿਪ ਫਰਮ ਬਣਾਉਂਦੇ ਹਨ
ਤਾਂ ਉਹ ਇੱਕ ਲਿਖਤੀ ਸਮਝੌਤਾ ਕਰਦੇ ਹਨ ਜਿਸ ਨੂੰ ਪਾਰਟਨਰਸ਼ਿਪ ਡੀਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇੱਕ ਡਾਕੂਮੈਂਟ ਹੁੰਦਾ ਹੈ, ਉਸ ਡਾਕੂਮੈਂਟਸ ਦੇ ਉੱਪਰ ਜਿੰਨੀਆਂ ਵੀ ਟਰਮਸ ਨੇ, ਜਿੰਨੀਆਂ ਕੰਡੀਸ਼ਨਸ ਨੇ, ਜੋ ਉਹਨਾਂ ਨੇ ਰੂਲਸ ਰੈਗੂਲੇਸ਼ਨ ਬਣਾਏ ਹਨ, ਉਹਨਾਂ ਤੇ ਇੱਕ ਰਿਟਨ ਐਗਰੀਮੈਂਟ ਹੁੰਦਾ ਹੈ। ਇਸ ਰਿਟਨ ਐਗਰੀਮੈਂਟ ਨੂੰ ਪਾਰਟਨਰਸ਼ਿਪ ਡੀਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਔਰ ਇਸ ਦਾ ਦੂਸਰਾ ਨਾਮ ਹੈ ਆਰਟੀਕਲਸ ਆਫ ਪਾਰਟਨਰਸ਼ਿਪ। ਇੱਕ ਨੰਬਰ ਦਾ ਬੜੀ ਵਾਰੀ ਕੁਐਸਚਨ ਆ ਚੁੱਕਿਆ ਹੈ ਕਿ ਅਨਦਰ ਨੇਮ ਆਫ ਪਾਰਟਨਰਸ਼ਿਪ ਡੀਡ, ਪਾਰਟਨਰਸ਼ਿਪ ਡੀਡ ਦਾ ਦੂਸਰਾ ਨਾਮ ਕੀ ਹੈ। ਤਾਂ ਬੇਟਾ ਜੀ ਇਹਦੇ ਵਿੱਚ ਹੇਠ ਲਿਖੇ ਪੁਆਇੰਟ ਕੀ ਹੁੰਦੇ ਨੇ, ਕੰਟੇਨ ਹੁੰਦੇ ਨੇ, ਲਿਖੇ ਹੁੰਦੇ ਨੇ, ਸ਼ਾਮਲ ਕੀਤੇ ਹੁੰਦੇ ਨੇ। ਸਭ ਤੋਂ ਪਹਿਲਾਂ ਫਰਮ ਦਾ ਨਾਮ ਅਤੇ ਪਤਾ। ਸਭ ਤੋਂ ਪਹਿਲਾਂ ਕੀ ਲਿਖਿਆ ਹੁੰਦਾ ਹੈ ਜੀ, ਫਰਮ ਦਾ ਨਾਮ ਅਤੇ ਪਤਾ। ਨੋਟਬੁੱਕ ਲੈ ਕੇ ਲਿਖਣਾ ਸ਼ੁਰੂ ਕਰ ਦਿਓ। ਨੇਮ ਆਫ ਦੀ ਫਰਮ ਐਂਡ ਐਡਰੈਸ। ਫਰਮ ਦਾ ਨਾਮ ਕੀ ਹੈ, ਉਹਨਾਂ ਨੇ ਫਰਮ ਦਾ ਕੀ ਨਾਮ ਰੱਖਿਆ ਹੈ। ਉਹਨਾਂ ਨੇ ਮੰਨ ਲਓ ਫਰਮ ਦਾ ਨਾਮ ਰੱਖਿਆ A&B ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਫਰਮ ਦਾ ਨਾਮ ਰੱਖਤਾ, ਕੋਈ ਵੀ ਅਸੀਂ ਨਾਮ ਰੱਖ ਸਕਦੇ ਹਾਂ। ਫਰਮ ਦਾ ਨਾਮ ਕੀ ਹੈ, ਫਰਮ ਦਾ ਐਡਰੈਸ ਕੀ ਹੈ, ਕਿਹੜੇ ਸ਼ਹਿਰ ਵਿੱਚ ਹੈ, ਕਿਹੜੇ ਰੋਡ 'ਤੇ ਹੈ, ਕਿਹੜੇ ਮਹੱਲੇ ਵਿੱਚ ਹੈ, ਕਿਹੜੀ ਗਲੀ ਵਿੱਚ ਹੈ, ਇਹਨੂੰ ਕਹਿੰਦੇ ਆ ਐਡਰੈਸ। ਫਰਮ ਦਾ ਨਾਂ ਅਤੇ ਐਡਰੈਸ ਉੱਥੇ ਲਿਖਿਆ ਹੁੰਦਾ ਹੈ। ਉਸ ਤੋਂ ਬਾਅਦ ਸਾਂਝੇਦਾਰਾਂ ਦੇ ਨਾਮ ਅਤੇ ਪਤੇ। ਹਾਂਜੀ, ਸਾਂਝੇਦਾਰਾਂ ਦੇ ਨਾਮ ਅਤੇ ਪਤਾ। ਹੁਣ ਇਸ ਦੇ ਵਿੱਚ ਮੈਂ ਇਹਨੂੰ ਇੰਗਲਿਸ਼ ਵਿੱਚ ਲਿਖਾਂਗਾ, ਨੇਮ ਐਂਡ ਐਡਰੈਸ ਆਫ ਦੀ ਪਾਰਟਨਰਸ। ਨੇਮ ਐਂਡ ਐਡਰੈਸ ਆਫ ਦਾ ਪਾਰਟਨਰਸ। ਤਾਂ ਬੇਟਾ ਜੀ ਹੋਰ ਇਹਦੇ ਤੇ ਕੀ ਲਿਖਿਆ ਹੁੰਦਾ ਹੈ, ਨੇਮ ਐਂਡ ਐਡਰੈਸ ਆਫ ਦੀ ਪਾਰਟਨਰਸ। ਇਸ ਤੋਂ ਬਾਅਦ ਸਾਡੇ ਕੋਲ ਤੀਸਰੇ ਨੰਬਰ ਤੇ ਬੇਟਾ ਜੀ ਬੜਾ ਹੀ ਇੰਪੋਰਟੈਂਟ ਟੌਪਿਕ ਹੈ। ਹੁਣ ਤੱਕ ਅਸੀਂ 3 ਲੈਕਚਰ, ਤੀਸਰਾ ਲੈਕਚਰ ਅੱਜ ਲੱਗ ਰਿਹਾ ਹੈ। ਇਸ ਤੋਂ ਬਾਅਦ ਇੱਕ ਚੌਥਾ ਲੈਕਚਰ ਹੋਰ ਥਿਊਰੀ ਦਾ ਲੱਗੇਗਾ। ਫਿਰ 5th ਲੈਕਚਰ ਦੇ ਵਿੱਚ ਅਸੀਂ ਨੂਮੈਰੀਕਲ ਸ਼ੁਰੂ ਕਰਾਂਗੇ। ਤਦ ਤੱਕ ਤੁਸੀਂ ਬੁੱਕਸ ਲੈ ਲਓ। ਤੁਹਾਡੇ ਟੀਚਰ ਜਿਹੜੀਆਂ ਵੀ ਬੁੱਕਸ ਤੁਹਾਨੂੰ ਲੈਣ ਲਈ ਕਹਿੰਦੇ ਹਨ, ਕੋਈ ਬਾਊਂਡੇਸ਼ਨ ਨਹੀਂ ਮੇਰੇ ਵੱਲੋਂ। ਜੋ ਤੁਹਾਡੇ ਕਲਾਸ ਟੀਚਰ ਕਹਿਣਗੇ ਤੁਸੀਂ ਉਹੀ ਬੁੱਕਸ ਲੈਣੀ ਹੈ। ਬੁੱਕਸ ਸਾਰੀਆਂ ਹੀ ਬਹੁਤ ਵਧੀਆ ਹਨ, ਜੋ ਦਿਲ ਕਰਦਾ ਹੈ ਉਹ ਬੁੱਕ ਲੈ ਸਕਦੇ ਹੋ। ਇਸ ਤੋਂ ਬਾਅਦ ਜੀ ਕਾਰੋਬਾਰ ਦਾ ਸਥਾਨ, ਬਿਜ਼ਨਸ ਕਿੱਥੇ ਚਲਾਇਆ ਜਾ ਰਿਹਾ ਹੈ। ਕਾਰੋਬਾਰ ਯਾਨੀ ਕਿ ਬਿਜ਼ਨਸ ਦਾ ਸਥਾਨ, ਕਾਰੋਬਾਰ ਦਾ ਸਥਾਨ। ਤਾਂ ਜੇਕਰ ਮੈਂ ਕਾਰੋਬਾਰ ਦੇ ਸਥਾਨ ਨੂੰ ਇੰਗਲਿਸ਼ ਵਿੱਚ ਲਿਖਣਾ ਹੋਏ ਤਾਂ ਕੀ ਲਿਖਾਂਗਾ, ਪਲੇਸ ਆਫ ਦੀ ਬਿਜ਼ਨਸ। ਜਿੱਥੇ ਬਿਜ਼ਨਸ ਚਲਾਇਆ ਜਾਣਾ ਹੈ ਉਸ ਦਾ ਸਥਾਨ ਕੀ ਹੈ। ਇਹ ਵੀ ਕਿਹਦੇ ਵਿੱਚ ਲਿਖਿਆ ਹੁੰਦਾ ਹੈ, ਪਾਰਟਨਰਸ਼ਿਪ ਡੀਡ ਦੇ ਵਿੱਚ। ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ। ਜਿਵੇਂ ਮੇਰਾ ਲੈਕਚਰ ਓਵਰ ਹੋਏਗਾ ਬੇਟਾ ਜੀ, ਨਾਲ ਦੀ ਨਾਲ ਹੀ ਆਪ ਜੀ ਨੂੰ ਇਹ ਸਾਰੀ ਅਸਾਈਨਮੈਂਟ ਵੀ ਸੈਂਡ ਕਰ ਦਿੱਤੀ ਜਾਏਗੀ। ਜੇ ਤੁਸੀਂ ਐਜੂਕੇਅਰ ਐਪ ਨੂੰ ਅਜੇ ਡਾਊਨਲੋਡ ਨਹੀਂ ਕੀਤਾ ਤਾਂ ਜਲਦੀ ਕਰ ਲਓ। ਕਮਰਸ ਵਿਜ਼ਨ ਐਪ ਦਾ ਲਿੰਕ 2 ਦਿਨਾਂ ਵਿੱਚ ਅਪਡੇਟ ਹੋ ਰਿਹਾ ਹੈ। ਕਮਰਸ ਵਿਜ਼ਨ, ਉਸ ਦਾ ਲਿੰਕ ਵੀ ਆਪ ਜੀ ਨੂੰ ਭੇਜ ਦਿੱਤਾ ਜਾਏਗਾ। ਨੈਕਸਟ ਲੈਕਚਰ 'ਤੇ ਆਪਾਂ ਥੋੜ੍ਹੇ ਸਮੇਂ ਲਈ ਬਿਜ਼ਨਸ ਸਟੱਡੀ ਵੀ ਕਰਾਂਗੇ। ਹੁਣ ਆਪਾਂ +2 ਦੀ ਅਕਾਊਂਟੈਂਸੀ ਦਾ ਪੀਰੀਅਡ ਚੱਲ ਰਿਹਾ ਹੈ। ਬੜੇ ਸਟੂਡੈਂਟਸ ਪੁੱਛਦੇ ਹਨ ਸਾਨੂੰ ਦੱਸੋ ਕਿ ਅਸੀਂ ਇਕਨੋਮਿਕਸ ਤੇ MOP ਵੀ ਚੋਂ ਕੀ ਰੱਖੀਏ। ਬੇਟਾ ਜੀ ਤੁਸੀਂ +1 ਵਿੱਚ MOP ਪੜ੍ਹੀ, ਹੁਣ MOP ਦਾ ਨਾਮ ਬਣ ਗਿਆ ਹੈ FEB, ਫੰਡਾਮੈਂਟਲਸ ਆਫ ਈ ਬਿਜ਼ਨਸ। ਇਸ ਨੂੰ ਕੀ ਕਹਿ ਰਹੇ ਹਾਂ, FEB, ਫੰਡਾਮੈਂਟਲਸ ਆਫ ਈ ਬਿਜ਼ਨਸ। ਤਾਂ ਮੇਰੀ ਵੱਲੋਂ ਇਹ ਸੁਜੈਸ਼ਨ ਹੈ ਕਿ ਤੁਸੀਂ FEB ਨੂੰ ਮੇਨ ਸਬਜੈਕਟ ਕਰ ਲਓ ਅਤੇ ਇਕਨੋਮਿਕਸ ਨੂੰ ਐਡੀਸ਼ਨਲ ਕਰ ਲਓ। ਜਿਨ੍ਹਾਂ ਨੂੰ ਇਕਨੋਮਿਕਸ ਟਫ ਲੱਗਦੀ ਹੈ ਉਹ ਇਕਨੋਮਿਕਸ ਨੂੰ ਐਡੀਸ਼ਨਲ ਕਰ ਲੇ। ਜਿਹੜੇ ਸਟੂਡੈਂਟਸ ਨੇ ਐਡੀਸ਼ਨਲ ਮੈਥ ਲੈਣਾ ਹੈ ਉਹ ਸਟੂਡੈਂਟਸ ਦੀ ਮਰਜ਼ੀ ਹੈ ਕਿ ਜਿਹੜਾ ਮਰਜ਼ੀ ਮੇਨ ਸਬਜੈਕਟ ਕਰ ਲੇ। ਲੇਕਿਨ ਧਿਆਨ ਰੱਖੋ ਤੁਸੀਂ +1 ਵਿੱਚ ਜਿਹੜਾ ਮੇਨ ਸਬਜੈਕਟ ਰੱਖਿਆ ਹੋਇਆ ਹੈ ਉਹ ਹੀ ਤੁਸੀਂ +2 ਵਿੱਚ ਹੁਣ ਮੇਨ ਸਬਜੈਕਟ ਲੈ ਸਕਦੇ ਹੋ। ਹੁਣ ਤੁਸੀਂ ਕਿਸੇ ਤਰ੍ਹਾਂ ਦੀ ਚੇਂਜ ਨਹੀਂ ਕਰ ਸਕਦੇ। ਜੋ ਤੁਸੀਂ +1 ਵਿੱਚ ਮੇਨ ਸਬਜੈਕਟ ਲੈ ਲਿੱਤਾ ਸੀ, ਜੇ ਤੁਸੀਂ +1 ਵਿੱਚ ਇਕਨੋਮਿਕਸ ਨੂੰ ਮੇਨ ਸਬਜੈਕਟ ਲਿਆ ਸੀ ਤਾਂ ਹੁਣ ਤੁਹਾਡਾ ਇਕਨੋਮਿਕਸ ਹੀ ਮੇਨ ਸਬਜੈਕਟ ਰਹੇਗਾ। ਲੇਕਿਨ ਜੇ ਤੁਸੀਂ FEB ਨੂੰ ਮੇਨ ਸਬਜੈਕਟ ਲਿਆ ਸੀ ਯਾਨੀ ਕਿ MOP ਨੂੰ +1 ਵਿੱਚ ਮੇਨ ਸਬਜੈਕਟ ਲਿਆ ਸੀ ਤਾਂ ਹੁਣ ਤੁਹਾਡੀ FEB ਮੇਨ ਸਬਜੈਕਟ ਰਹੇਗੀ ਜੀ। ਤਾਂ ਬੇਟਾ ਜੀ ਧਿਆਨ ਰੱਖਣਾ ਹੈ।
स्टूडेंट्स ध्यान नाल समझो, नोटबुक निकाल लो। हुण तक असीं पार्टनरशिप डीड विच 3 गल्लां कर लईआं, फर्म दा नाम अते पता, साझेदार दा नाम अते पता, कारोबार दा स्थान, ते नंबर 4 नेचर ऑफ दी बिजनेस बड़ा ही इंपोर्टेंट है। यह है कारोबार दा सुभाਅ, कारोबार दा सुभाਅ यानी कि बिजनेस का की नेचर होएगा। ये बड़ी इंटरस्टिंग गल है, मैं तुहानूं हुणे दस्सण जा रहा। पहला मैं लिखदा तुहानूं नेचर ऑफ द बिजनेस, नेचर ऑफ द बिजनेस। हुण वेखो जी, सपोज 4 फ्रेंड्स रल के एक फर्म बना लेंदे ने। आपां फर्म की फीचर दे विच पहलां पढ़ चुके हैं कि यह बिजनेस लाफुल होना चाहिए है। कारोबार का सुभाਅ किंदे अंडर होना चाहिए है? पार्टनरशिप एक्ट 1932 कहता है कि इनू एक कानूनी होना चाहिए। ये नहीं होना चाहिए 4 मित्र रल जान, चलो कहता आपां नशे का व्यापार कर लीए, चलो आपां दारू वेच लीए, आपां फीम वेच लीए। दैट इज़ एब्सोल्यूटली रॉन्ग। उत्थे डीड दे विच लिखिया जाता है कि जिहड़ा तुसीं बिजनेस करना चाहते हो उसकी नेचर की है, उसका सुभाਅ की है। इस गल का ध्यान रखना माई डियर स्टूडेंट्स, ये वैरी इंपोर्टेंट है। इस तो बाद इंटरस्ट ऑन कैपिटल, इंटरस्ट ऑन कैपिटल, पूंजी ते व्याज, किंदे ते? पूंजी ते व्याज। बेटा जी इत्थे लिखिया जाता है कि पूंजी ते कितना व्याज मिलेगा। एवें ही 6 नंबर ते इंटरस्ट ऑन ड्राइंग्स, इंटरस्ट ऑन ड्राइंग्स, ये भी लिखिया जाता है कि ड्राइंग्स नूं असीं की करांगे? निजवरती रकम। ड्राइंग्स नूं की कहने आ? निजवरती रकम ते व्याज मिलेगा या नहीं मिलेगा। पार्टनरशिप डीड विच पहलां तो ही डिसाइड कर दिता जाता है कि किहड़ा पार्टनर किन्नी कैपिटल लगाएगा, किन्नी पूंजी लगाएगा और उसनूं किस दर दे नाल व्याज मिलेगी, वो दर लिख दी जाती है। जिहड़ा दर नाल व्याज मिलेगी उसनूं लिख दिता जाता है जी। एवें ही ये भी लिखिया जाता है कि जिन्ने निजवरती रकम लई पैसे पार्टनर निकालेगा उस दे उपर किन्ना उसनूं व्याज देना पेगा। ये पार्टनरशिप डीड विच ये गल भी लिखी जाती है। इस तो बाद है जी पॉइंट नंबर 7, बड़ा ही इंपोर्टेंट है। पॉइंट नंबर 7, पॉइंट नंबर 7 है लाभ वंड अनुपात, लाभ वंड अनुपात। इनू इंग्लिश में लिखांगे प्रॉफिट शेयरिंग रेशो। स्टूडेंट्स हुण प्रॉफिट शेयरिंग रेशो बड़ा ही इंपोर्टेंट है। मैं आप जी नूं दस देना चाहना कि प्रॉफिट शेयरिंग रेशो इज़ वेरी इंपोर्टेंट। इफ नथिंग इज सैड, इस नथिंग इज सैड नूं लग रखदे आ तुसीं एक बारी इत्थे ही आओ सिर्फ कि पार्टनरशिप डीड विच लिखिया जाता है कि मान लो साडे कोल 4 पार्टनर, तो उसनूं किवें वंडणगे? 2:1 1:2 च वंडणगे जां इक्वली वंडणगे जां बराबर बराबर वंडणगे। ये भी पार्टनरशिप डीड दे विच लिखिया जाता है कि वो लाभ जां हानि नूं किस अनुपात विच वंडणगे। अगे आ गया जी सैलरी, सैलरी टू दी पार्टनर्स। पार्टनर्स नूं किन्नी तनख्वाह मिलेगी? जेकर कोई पार्टनर फर्म दे लई काम करता है तो उसनूं किस दर दे नाल तनख्वाह मिलेगी? दर दा मतलब उन्होंने मंथली किन्नी तनख्वाह मिलेगी। कमीशन, किस पार्टनर नूं किन्ना कमीशन दिता जाएगा, इनके बारे भी डीड दे विच लिखिया हुंदा है। बेटा इस तो इलावा बहुत सारे एंड मैनी मोर गल्लां ने जिहड़ियां कि डीड दे विच लिखिया जांदियां हन। जे मैनूं सारांश रूप विच अंत विच ये कह देवां कि ये एक लिखती दस्तावेज हुंदा है
ਇਹ ਇੱਕ ਰਿਟਨ ਡਾਕੂਮੈਂਟ ਹੁੰਦਾ ਹੈ ਜਿੰਦੇ ਵਿੱਚ ਪਾਰਟਨਰਸ਼ਿਪ ਬਾਰੇ ਰੂਲਸ ਐਂਡ ਰੈਗੂਲੇਸ਼ਨ ਟਰਮਸ ਨੂੰ ਐਗਰੀਡ ਸਾਰੇ ਸਾਈਨ ਕਰਦੇ ਹਨ। ਉਹਦੇ ਤੇ ਲਿਖਿਆ ਜਾਂਦਾ ਹੈ ਕਿ ਬਿਜ਼ਨਸ ਦਾ ਨਾਮ ਕੀ ਹੈ, ਬਿਜ਼ਨਸ ਕਿੱਥੇ, ਪਾਰਟਨਰ ਕਿੰਨੇ ਹੋਣਗੇ, ਪਾਰਟਨਰ ਦਾ ਕੀ ਐਡਰੈਸ ਹੋਏਗਾ, ਕਿਸ ਨੂੰ ਕਿੰਨੀ ਪੇ ਮਿਲੇਗੀ, ਪੂੰਜੀ ਉੱਪਰ ਕਿੰਨਾ ਵਿਆਜ ਮਿਲੇਗਾ, ਸਾਰੀਆਂ ਦੀਆਂ ਸਾਰੀਆਂ ਗੱਲਾਂ ਕਿੰਦੇ ਵਿੱਚ ਲਿਖੀਆਂ ਜਾਂਦੀਆਂ ਨੇ, ਪਾਰਟਨਰਸ਼ਿਪ ਡੀਡ ਦੇ ਵਿੱਚ ਲਿਖੀਆਂ ਜਾਂਦੀਆਂ ਨੇ। ਤਾਂ ਮਾਈ ਡੀਅਰ ਸਟੂਡੈਂਟਸ, ਇਸ ਨੂੰ ਅਸੀਂ ਕਹਿੰਦੇ ਆ ਪਾਰਟਨਰਸ਼ਿਪ ਡੀਡ। ਹੁਣ ਅਸੀਂ ਪਾਰਟਨਰਸ਼ਿਪ ਡੀਡ ਤਾਂ ਲਿਖ ਲਈ, ਪਾਰਟਨਰਸ਼ਿਪ ਡੀਡ ਲਿਖਣ ਦਾ ਫਿਰ ਮਹੱਤਵ ਕੀ ਹੋਇਆ, ਇਹਦੀ ਇੰਪੋਰਟੈਂਸ ਕੀ ਹੋਈ, ਅਸੀਂ ਇਹਨੂੰ ਕਿਉਂ ਲਿਖਿਆ? ਇਹਨੂੰ ਅਸੀਂ ਤਾਂ ਲਿਖਦੇ ਹਾਂ ਕਿ ਨੰਬਰ 1 ਤਾਂ ਇਹ ਕਿਸੇ ਤਰ੍ਹਾਂ ਦਾ ਕੋਈ ਡਿਸਪਿਊਟ ਪੈਦਾ ਨਾ ਹੋਏ। ਜੇ ਕਿਸੇ ਨੇ ਕੋਈ ਡਿਸਪਿਊਟ ਪੈਦਾ ਹੋਏਗਾ ਤਾਂ ਉਹ ਪਾਰਟਨਰਸ਼ਿਪ ਡੀਡ ਉੱਤੇ ਜੋ ਕੁਝ ਲਿਖਿਆ ਹੋਇਆ ਹੈ ਉਹਦੇ ਬਾਰੇ ਉਸ ਨੂੰ ਪਤਾ ਲੱਗ ਜਾਏਗਾ। ਦੂਜੀ ਤਾਂ ਲਿਖੀ ਜਾਂਦੀ ਹੈ ਕਿ ਸਾਰਿਆਂ ਨੂੰ ਪਤਾ ਲੱਗ ਜਾਣ ਕਿ ਸਾਡੇ ਰਾਈਟਸ ਕੀ ਨੇ, ਠੀਕ ਹੈ ਜੀ। ਤੀਸਰਾ ਤਾਂ ਲਿਖੀ ਜਾਂਦੀ ਹੈ ਤਾਂ ਕਿ ਉਸ ਨੂੰ ਪਤਾ ਲੱਗ ਜੇ ਕਿ ਸਾਡੀਆਂ ਲਾਇਬਿਲਟੀਜ਼ ਕੀ ਨੇ, ਠੀਕ ਹੈ, ਪਤਾ ਲੱਗ ਜੇ ਸਾਡੀਆਂ ਡਿਊਟੀਜ਼ ਕੀ ਨੇ। ਹੁਣ ਰਾਈਟਸ ਤੇ ਡਿਊਟੀਜ਼ ਤੇ ਲਾਇਬਿਲਟੀ, ਇਹਨਾਂ ਤਿੰਨਾਂ ਨੂੰ ਮੈਂ ਧੀਰੇ ਥੋੜਾ ਕਰਕੇ ਤੁਹਾਨੂੰ ਇਲੈਬੋਰੇਟ ਕਰਦਾ। ਹੋ ਸਕਦਾ ਤੁਹਾਨੂੰ ਤਿੰਨੋਂ ਪੁਆਇੰਟ ਸੇਮ ਲੱਗ ਰਹੇ ਹੋਣ। ਰਾਈਟ ਦਾ ਮਤਲਬ ਅਸੀਂ ਪਹਿਲਾਂ ਰਾਈਟ ਪੜ੍ਹ ਚੁੱਕੇ ਹਾਂ ਕਿ ਉਸ ਨੂੰ ਰਾਈਟ ਹੈ ਕਿ ਉਹ ਪ੍ਰੋਫਿਟ ਵਿੱਚੋਂ ਹਿੱਸਾ ਲਏਗਾ, ਉਸ ਨੂੰ ਰਾਈਟ ਹੈ ਕਿ ਉਹ ਕਦੇ ਵੀ ਆ ਕੇ ਆਦੀਆਂ ਕਿਤਾਬਾਂ ਚੈੱਕ ਕਰ ਸਕਦਾ ਹੈ, ਉਸ ਨੂੰ ਇਹ ਰਾਈਟਸ ਹੈ ਕਿ ਫਰਮ ਨੇ ਕੋਈ ਵੀ ਡਿਸੀਜ਼ਨ ਲੈਣਾ ਹੈ ਉਹਦੇ ਵਿੱਚ ਭਾਗ ਲੈ ਸਕਦਾ ਹੈ। ਇਹ ਤਾਂ ਉਹਦੇ ਰਾਈਟ ਨੇ। ਉਹਦੀਆਂ ਲਾਇਬਿਲਟੀਜ਼ ਕੀ ਨੇ, ਉਹਦੀਆਂ ਡਿਊਟੀਜ਼ ਕੀ ਨੇ। ਰਾਈਟ ਤੋਂ ਬਾਅਦ ਆਪਾਂ ਡਿਊਟੀ ਨੂੰ ਪਹਿਲਾਂ ਪੜ੍ਹਦੇ ਹਾਂ। ਉਹਦੀ ਡਿਊਟੀ ਕੀ ਹੈ ਕਿ ਮੈਂ ਫਰਮ ਪ੍ਰਤੀ ਇਮਾਨਦਾਰੀ ਨਾਲ ਕੰਮ ਕਰਨਾ ਹੈ, ਮੈਂ ਕਿਸੇ ਤਰ੍ਹਾਂ ਦੀ ਬੇਈਮਾਨੀ ਨਹੀਂ ਕਰਨੀ, ਮੈਂ ਆਪਦੀ ਫਰਮ ਨੂੰ ਉੱਪਰ ਚੱਕ ਕੇ ਲਿਜਾਣਾ ਹੈ, ਸਾਡੀ ਫਰਮ ਜ਼ਿਆਦਾ ਤਰੱਕੀ ਕਰੇ, ਇਹ ਉਹਦੀ ਡਿਊਟੀ ਹੈ। ਹੁਣ ਲਾਇਬਿਲਟੀ ਕੀ ਹੈ? ਲਾਇਬਿਲਟੀ ਮਾਈ ਡੀਅਰ ਸਟੂਡੈਂਟਸ, ਮੈਂ ਤੁਹਾਨੂੰ ਫਿਰ ਕਹਿ ਰਿਹਾ, ਇਹ ਗੱਲਾਂ ਕਿਸੇ ਬੁੱਕ ਵਿੱਚ ਨਹੀਂ ਮਿਲਣੀਆਂ, ਤੁਹਾਨੂੰ ਕਮਰਸ ਵਿਜ਼ਨ ਚੈਨਲ ਤੇ ਹੀ ਗੱਲਾਂ ਮਿਲਣਗੀਆਂ, ਹੋਰ ਕਿਧਰੇ ਨਹੀਂ ਮਿਲਣ ਵਾਲੀਆਂ। ਲਾਇਬਿਲਟੀ ਮੀਨਸ ਕਿ ਉਸ ਨੇ ਪ੍ਰੋਡਕਟ ਦੀ ਜਿਹੜੀ ਕੁਆਲਿਟੀ ਹੈ ਨਾ ਉਹ ਵਧੀਆ ਦੇਣੀ ਹੈ, ਪ੍ਰੋਡਕਟ ਦੀ ਕੁਆਲਿਟੀ, ਇਹ ਉਹਦੀ ਲਾਇਬਿਲਟੀ ਬਣਦੀ ਹੈ। ਉਹਦੀ ਲਾਇਬਿਲਟੀ ਕੀ ਬਣਦੀ ਹੈ? ਸ਼ੁੱਧ ਮਾਲ ਦੇਵੇ, ਵਧੀਆ ਮਾਲ ਦੇਵੇ, ਸੁਸਾਇਟੀ ਪ੍ਰਤੀ ਉਹਦੇ ਕੀ ਫਰਜ਼ ਬਣਦੇ ਨੇ, ਸਰਕਾਰ ਪ੍ਰਤੀ ਕੀ ਫਰਜ਼ ਬਣਦੇ ਨੇ ਕਿ ਉਹ ਪੂਰਾ ਟੈਕਸ ਪੇ ਕਰੇ, ਇਹ ਵੀ ਉਹਦੀ ਲਾਇਬਿਲਟੀ ਹੈ। ਟੈਕਸ ਪੇ ਕਰੇਗਾ ਤਾਂ ਦੇਸ਼ ਤਰੱਕੀ ਕਰੇਗਾ, ਨਹੀਂ ਤਾਂ ਸਾਡੇ ਦੇਸ਼ ਦੀ ਤਰੱਕੀ ਰੁਲ ਜਾਏਗੀ। ਇਮਾਨਦਾਰੀ ਨਾਲ ਕੰਮ ਕਰੇ। ਤਾਂ ਮੈਂ ਉਮੀਦ ਕਰਦਾ ਰਾਈਟਸ, ਡਿਊਟੀ ਐਂਡ ਲਾਇਬਿਲਟੀ ਤਿੰਨਾਂ ਚੀਜ਼ਾਂ ਨੂੰ ਤੁਸੀਂ ਕਲੀਅਰ ਸਮਝ ਲਿਆ ਹੋਣਾ ਹੈ। ਇਸ ਵਾਸਤੇ ਇਸ ਦਾ ਮਹੱਤਵ ਹੈ ਕਿੰਦਾ? ਪਾਰਟਨਰਸ਼ਿਪ ਡੀਡ ਦਾ। ਪਾਰਟਨਰਸ਼ਿਪ ਡੀਡ ਦਾ ਇਹ ਮਹੱਤਵ ਹੁੰਦਾ ਹੈ ਕਿ ਕੋਈ ਰੋਲਾ ਨਾ ਪਏ, ਹਰੇਕ ਬੰਦੇ ਨੂੰ ਆਦੇ ਰਾਈਟਸ ਬਾਰੇ ਪਤਾ ਲੱਗੇ, ਹਰੇਕ ਬੰਦੇ ਨੂੰ ਆਦੀਆਂ ਡਿਊਟੀਜ਼ ਬਾਰੇ ਪਤਾ ਲੱਗੇ, ਹਰੇਕ ਬੰਦੇ ਨੂੰ ਉਸ ਦੀ ਜ਼ਿੰਮੇਵਾਰੀ ਕੀ ਹੈ, ਲਾਇਬਿਲਟੀ ਬਾਰੇ ਪਤਾ ਲੱਗੇ। ਬੇਟਾ ਜੀ ਇਹ ਸੀ ਸਾਡੇ ਕੋਲ ਛੋਟਾ ਜਿਹਾ ਟੌਪਿਕ ਪਾਰਟਨਰਸ਼ਿਪ ਡੀਡ। ਹੁਣ ਅਸੀਂ ਇਸ ਨੂੰ ਰਿਵਾਈਜ਼ ਕਰਦੇ ਹਾਂ। ਮੈਂ ਤੁਹਾਡੇ ਕੋਲ ਕੁਐਸਚਨ ਪੁੱਛਦਾ ਤਾਂ ਤੁਸੀਂ ਦੱਸੋ ਕੀ ਆਨਸਰ ਹੋਏਗਾ। ਜੇਕਰ ਕੋਈ ਪਾਰਟਨਰ ਫਰਮ ਨੂੰ ਕਰਜ਼ ਦਿੰਦਾ ਹੈ ਤਾਂ ਉਹ ਕਿੰਨੇ % ਵਿਆਜ ਲੈਣ ਦਾ ਹੱਕਦਾਰ ਹੈ? 6%। ਜੇਕਰ ਕੋਈ ਫਰਮ ਸਾਂਝੇਦਾਰ ਨੂੰ ਕਰਜ਼ ਦਿੰਦੀ ਹੈ ਤੇ ਕੋਈ ਰੋਲਾ ਪੈ ਜਾਂਦਾ ਹੈ, ਰਿਟਰਨ ਕੋਈ ਐਗਰੀਡ ਨਹੀਂ ਹੈਗਾ, ਤੇ ਉਸ ਨੂੰ ਕੁਝ ਨਹੀਂ ਮਿਲੇਗਾ। ਨੰਬਰ 3, ਜੇਕਰ ਸਾਡੇ ਕੋਲ ਪਹਿਲਾਂ ਹੀ 50 ਮੈਂਬਰ ਨੇ ਫਰਮ ਦੇ ਵਿੱਚ ਤੇ ਇੱਕ ਮੈਂਬਰ ਹੋਰ ਆਉਣਾ ਚਾਹੁੰਦਾ ਹੈ ਔਰ ਸਾਰੇ ਦੇ ਸਾਰੇ ਮੈਂਬਰ ਕਹਿੰਦੇ ਨੇ ਕਿ ਇਸ ਨੂੰ ਅਲਾਓ ਕਰ ਲਓ, ਕੀ ਉਸ ਨੂੰ ਐਜ਼ ਏ ਮੈਂਬਰ ਲੈ ਸਕਦੇ ਹਾਂ? ਨਹੀਂ, ਕਿਉਂਕਿ ਸਾਡੀ ਪਹਿਲੀ ਸ਼ਰਤ ਹੈ ਕਿ 50 ਮੈਂਬਰ ਸਾਡੇ ਕੋਲ ਪਹਿਲਾਂ ਪੂਰੇ ਹੋ ਚੁੱਕੇ ਹਨ, ਅਸੀਂ 50 ਮੈਂਬਰ ਤੋਂ ਜ਼ਿਆਦਾ ਨਹੀਂ ਲੈ ਸਕਦੇ। ਪਾਰਟਨਰਸ਼ਿਪ ਫਰਮ ਬਣਾਉਣ ਲਈ ਘੱਟ ਤੋਂ ਘੱਟ 3 ਮੈਂਬਰਾਂ ਦੀ ਜ਼ਰੂਰਤ ਹੈ, ਘੱਟ ਤੋਂ ਘੱਟ 3 ਮੈਂਬਰਾਂ ਦੀ ਜ਼ਰੂਰਤ ਹੈ। ਤਾਂ ਇਸ ਦਾ ਆਨਸਰ ਹੈ ਜੀ, ਇਸ ਦਾ ਆਨਸਰ ਹੈ ਰੋਂਗ। ਨਹੀਂ ਜੀ, ਘੱਟ ਤੋਂ ਘੱਟ ਕਿੰਨੇ ਮੈਂਬਰ ਚਾਹੀਦੇ ਹਨ? ਸਿਰਫ 2 ਮੈਂਬਰ ਚਾਹੀਦੇ ਹਨ। ਕੀ ਪਾਰਟਨਰਸ਼ਿਪ ਚਲਾਉਣ ਲਈ ਬਿਜ਼ਨਸ ਦਾ ਲਾਫੁੱਲ ਹੋਣਾ ਜ਼ਰੂਰੀ ਹੈ? ਲਾਫੁੱਲ ਹੋਣਾ ਚਾਹੀਦਾ ਹੈ ਬਿਜ਼ਨਸ?
ਤਾਂ ਆਨਸਰ ਦੇਵਾਂਗੇ ਜੀ ਹਾਂ। ਬੇਟਾ ਜੀ ਜੇਕਰ ਤੁਸੀਂ ਐਵੇਂ ਸੋਚੋਗੇ ਤਾਂ ਆਪਾਂ ਚੰਗੀ ਤਰ੍ਹਾਂ ਨਾਲ ਇਸ ਥਿਊਰੀ ਨੂੰ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ। ਮੈਂ ਉਮੀਦ ਕਰਦਾ ਹਾਂ ਕਿ ਜਿੰਨਾ ਅੱਜ ਕੰਮ ਕਰਾਇਆ ਹੈ ਤੁਹਾਨੂੰ ਵਧੀਆ ਤਰੀਕੇ ਨਾਲ ਸਮਝ ਆ ਗਿਆ ਹੈ। ਜੇ ਤੁਹਾਨੂੰ ਕੋਈ ਡਾਊਟ ਹੋਏ ਤਾਂ ਆਪਾਂ ਇੱਕ ਦਿਨ ਡਾਊਟ ਦਾ ਅਲੱਗ ਲੈਕਚਰ ਰੱਖਾਂਗੇ, ਉਹ ਜ਼ੂਮ ਐਪ 'ਤੇ ਰੱਖ ਲਾਂਗੇ ਤਾਂ ਕਿ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਡਾਊਟ ਨਾ ਰਹੇ। ਤੁਸੀਂ ਹੁਣ ਕੋਈ ਚੀਜ਼ ਪੁੱਛਣੀ ਚਾਹੁੰਦੇ ਹੋ ਤਾਂ 5 ਮਿੰਟ ਲਈ ਮੈਂ ਤੁਹਾਡੇ ਵਿੱਚ ਹਾਜ਼ਰ ਹਾਂ। ਤੁਸੀਂ ਮੈਨੂੰ ਮੈਸੇਜ ਕਰਕੇ ਆਪਦਾ ਆਨਸਰ ਲੈ ਸਕਦੇ ਹੋ ਇਨ ਬਿਟਵੀਨ। ਅਦਰਵਾਈਜ਼ ਮੈਂ ਇੱਕ ਹੋਰ ਪੁੱਛਦਾ, ਤੁਸੀਂ ਸੋਚ ਲਓ ਕੀ ਪੁੱਛਣਾ ਚਾਹੁੰਦੇ ਹੋ। ਪਾਰਟਨਰਸ਼ਿਪ ਡੀਡ ਦਾ ਦੂਸਰਾ ਨਾਮ ਕੀ ਹੈ? ਪਾਰਟਨਰਸ਼ਿਪ ਡੀਡ ਦਾ ਇੱਕ ਹੋਰ ਨਾਮ ਕੀ ਹੈ? ਹੂ ਵਿਲ ਟੈਲ ਫਰੋਮ ਯੂ? ਕੌਣ ਦੱਸੇਗਾ ਉਸ ਦਾ ਦੂਸਰਾ ਨਾਮ ਕੀ ਹੈ? ਆਰਟੀਕਲਸ ਆਫ ਪਾਰਟਨਰਸ਼ਿਪ। ਕੀ ਨਾਮ ਹੈ? ਆਰਟੀਕਲ ਆਫ ਪਾर्टनरशिप का दूसरा नाम है। बेटा जी कुछ और पूछना चाहते हो तो आस्क मी नाउ। कोई भी क्वेश्चन पूछना चाहते हो जिन्ना तुहानू थ्योरी कराती है इसका हुणे तुहानू WhatsApp कर दिता जाएगा नोट्स। मैं उम्मीद करदा कि अज वाला लैक्चर तुहानू भली भांति समझ आ गया होएगा। जे नहीं समझ आया घबराने की लोड़ नहीं। तुसी एजुकेयर ऐप नू डाउनलोड करो। उस नू डाउनलोड करन तो बाद उत्थे सारा मटीरियल दिता होया है। फिर भी अज वाले लैक्चर दी मैं आप जी नू वीडियो सेंड कर दांगा। तुसी मैक्सिमम बच्चे जुड़िया करो ताकि तुहाडी क्वालिटी बन सके। तुसी ग्रुप दे विच काफ़ी सारे हो लेकिन क्लास बहुत घट लगाते हो। आलस ना करो, टाइम ते लगाया करो। जे तुसी चाहते हो टाइम चेंज करो तो आपां क्लास का टाइम चेंज कर सकते हाँ। तुसी मैनू मैसेज करके दस दिओ, आपां शाम का कर दांगे 6 वजे तो बाद 7 वजे तो बाद जो तुहानू टाइम ठीक लगे उदों का टाइम किया जा सकता है। नो प्रॉब्लम। जिन्ने जिन्ने स्टूडेंट्स ने क्लास लवाई तुहाडा सारियां दा थैंक यू। ध्यान नाल सारियां ने पढ़ना है जी।